ਹਸਪਤਾਲਾਂ ਦੇ ਮਾਮਲੇ ਵਿੱਚ ਆਪ ਸਰਕਾਰ ਆਈ ਐਕਸ਼ਨ ਦੇ ਵਿੱਚ। ਹਸਪਤਾਲਾਂ ਦੇ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਪੁੱਛਤਾਛ ਤੇ ਹੁਣ ਬਦਲੇਗੀ ਹਸਪਤਾਲਾਂ ਦੀ ਤਸਵੀਰ। ਔਨਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਕਮਲਜੀਤ ਸਿੱਧੂ। ਇਹ ਵੱਡੀ ਖਬਰ ਹੈ ਕਿ ਹਸਪਤਾਲਾਂ ਦੀ ਜੋ ਤਸਵੀਰ ਹੈ ਹੁਣ ਬਦਲਣ ਜਾ ਰਹੀ ਹੈ, ਕਿਉਂਕਿ ਆਪ ਸਰਕਾਰ ਨੇ ਚੋਣ ਮੈਨੀਫੈਸਟੋ ਦੇ ਵਿੱਚ ਕਹਿਦ ਕੀਤਾ ਸੀਗਾ ਕਿ ਇਹ ਸੂਰਤੇ ਹਾਲ ਬਦਲੀ ਜਾਏਗੀ। ਆਮ ਤੌਰ ਤੇ ਹੁਣ ਤੱਕ ਇਹੀ ਹੁੰਦਾ ਰਿਹਾ ਹੈ ਕਿ ਹਸਪਤਾਲਾਂ ਦੇ ਵਿੱਚ ਦਵਾਈਆਂ ਮੁਅੱਸਰ ਨਹੀਂ ਆ, ਹਸਪਤਾਲਾਂ ਦਾ ਸਟਾਫ ਜਿਹੜਾ ਆ ਵਤੀਰਾ ਉਹਨਾਂ ਦਾ ਸਹੀ ਨਹੀਂ ਆ, ਹਸਪਤਾਲਾਂ ਦੇ ਵਿੱਚੋਂ ਦਵਾਈਆਂ ਜਿਹੜੀਆਂ ਲਿਖ ਕੇ ਬਾਹਰ ਭੇਜ ਦਿੱਤਾ ਜਾਂਦਾ। ਮਰੀਜ਼ਾਂ ਦੇ ਪਰਿਵਾਰ ਜਿਹੜੇ ਨੇ ਉਹ ਪਹਿਲਾਂ ਹੀ ਪਰੇਸ਼ਾਨ ਹੁੰਦੇ ਨੇ, ਉਹਨਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਨੇ ਔਰ ਫਿਰ ਉਹਨਾਂ ਨੂੰ ਬਾਹਰ ਜਾ ਕੇ ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਦੇ ਉੱਤੇ ਜਾ ਕੇ ਦਵਾਈਆਂ ਖਰੀਦਣੀਆਂ ਪੈਂਦੀਆਂ ਨੇ, ਜੋ ਅਕਸਰ ਹੀ ਹੁਣ ਤੱਕ ਇਹੀ ਪਤਾ ਲੱਗਦਾ ਰਿਹਾ ਕਿ ਲੰਬੇ ਅਰਸੇ ਤੋਂ ਇੱਕ ਵੱਡੀ ਲੁੱਟ ਹੋ ਰਹੀ ਸੀ ਮਰੀਜ਼ ਦੇ ਵਾਰਸਾਂ ਦੀ ਵੀ, ਜਿਨ੍ਹਾਂ ਨੂੰ ਬਾਹਰ ਜਾ ਕੇ ਦਵਾਈਆਂ ਮੈਡੀਕਲ ਸਟੋਰਾਂ ਤੋਂ ਲਿਆਉਣੀਆਂ ਪੈਂਦੀਆਂ ਨੇ। ਔਰ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਡਾਕਟਰਾਂ ਦੀ ਵੀ ਸ਼ਾਮਤ ਹੁਣ ਆਵੇਗੀ, ਜਿਹੜੇ ਡਾਕਟਰਾਂ ਦਾ ਹਿੱਸੇਦਾਰੀ ਚੱਲਦੀ ਸੀ। ਉਹ ਡਾਕਟਰਾਂ ਦੀ ਹਿੱਸੇਦਾਰੀ ਇਹ ਹੁੰਦੀ ਸੀ ਕਿ ਪਰਚੀ ਲਿਖ ਕੇ ਮਰੀਜ਼ ਨੂੰ ਦਿੱਤੀ ਜਾਂਦੀ ਸੀ ਕਿ ਫਲਾਣੇ ਮੈਡੀਕਲ ਸਟੋਰ ਤੋਂ ਹੀ ਇਹ ਦਵਾਈ ਮਿਲੂਗੀ, ਉੱਥੋਂ ਜਾ ਕੇ ਲਿਆਓ। ਤਾਂ ਆਪ ਸਰਕਾਰ ਨੇ ਦਿੱਲੀ ਦੇ ਮਾਡਲ ਦੇ ਤਹਿਤ ਜਿਸ ਤਰੀਕੇ ਉੱਥੇ ਕੰਮ ਹੋ ਰਿਹਾ, ਉਸੇ ਅਧੀਨ ਹੀ ਹੁਣ ਹਸਪਤਾਲਾਂ ਦੀ ਸਥਿਤੀ ਜਿਹੜੀ ਆ ਸੁਧਾਰੀ ਜਾਵੇਗੀ। ਇਸ ਨੂੰ ਲੈ ਕੇ ਆਪ ਸਰਕਾਰ ਦੇ ਵੱਲੋਂ ਖੁਫੀਆ ਵਿਭਾਗ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ। ਖੁਫੀਆ ਵਿਭਾਗ ਵੱਲੋਂ ਇਹ ਪਤਾ ਲੱਗਿਆ, ਖਾਸ ਤੌਰ ਤੇ ਜੇ ਜ਼ਿਕਰ ਕਰ ਲਿਆ ਜਾਵੇ ਪਟਿਆਲੇ ਦੇ ਹਸਪਤਾਲਾਂ ਦੀ ਜੋ ਇਸ ਟਾਈਮ ਸਥਿਤੀ ਹੈ, ਕਿਉਂਕਿ ਪਟਿਆਲਾ ਬਿਲਕੁਲ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਪੈਂਦਾ ਇਤਿਹਾਸਕ ਸ਼ਹਿਰ ਹੈ। ਇਸ ਦੇ ਵਿੱਚ ਦੋ ਵੱਡੇ ਹਸਪਤਾਲ ਹੈ ਜੋ ਪੰਜਾਬ ਦੇ ਪੁਰਾਣੇ ਹਸਪਤਾਲਾਂ ਦੇ ਵਿੱਚੋਂ ਨੇ। ਇੱਕ ਰਜਿੰਦਰਾ ਹਸਪਤਾਲ ਦੀ ਗੱਲ ਕਰ ਲੈਂਦੇ ਹਾਂ, ਮਾਤਾ ਕੁਸ਼ਲਿਆ ਹਸਪਤਾਲ ਦੀ ਗੱਲ ਕਰ ਲੈਂਦੇ ਹਾਂ। ਇਕੱਲੇ ਹੀ ਨਹੀਂ, ਬਾਕੀ ਜਗ੍ਹਾ ਵੀ ਸਾਰੀ ਜਗ੍ਹਾ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਕਿ ਖੁਫੀਆ ਵਿਭਾਗ ਵੱਲੋਂ ਹਸਪਤਾਲਾਂ ਦੇ ਬਾਹਰ ਆ ਕੇ ਰੇਹੜੀਆਂ ਵਾਲਿਆਂ ਨਾਲ, ਦੁਕਾਨਾਂ ਵਾਲਿਆਂ ਨਾਲ, ਮੈਡੀਕਲ ਸਟੋਰਾਂ ਨਾਲ ਔਰ ਖਾਸ ਤੌਰ ਦੇ ਉੱਤੇ ਜਿਹੜੇ ਮਰੀਜ਼ਾਂ ਦੇ ਰਿਸ਼ਤੇਦਾਰ ਆਏ ਹੁੰਦੇ ਨੇ ਉਹਨਾਂ ਦੀ ਤਮੀਰਦਾਰੀ ਲਈ ਉਹ ਬਾਹਰ ਆ ਕੇ ਦੁਕਾਨਾਂ ਦੇ ਉੱਤੋਂ ਖਰੀਦਦਾਰੀ ਕਰਦੇ ਨੇ। ਕੋਈ ਰੇਹੜੀ ਤੋਂ ਖਾਂਦੇ ਪੀਂਦੇ ਨੇ, ਕੁਝ ਖਰੀਦਦਾਰੀ ਕਰਦੇ ਨੇ, ਉੱਥੋਂ ਮਰੀਜ਼ ਵਾਸਤੇ ਲੈ ਕੇ ਜਾਂਦੇ ਨੇ, ਤਾਂ ਉਹਨਾਂ ਨੂੰ ਸਾਰੀ ਖਬਰ ਹੁੰਦੀ ਆ। ਇਸ ਤਰੀਕੇ ਖੁਫੀਆ ਵਿਭਾਗ ਬਾਰੇ ਪਤਾ ਲੱਗਿਆ ਆ ਕਿ ਆਪ ਸਰਕਾਰ ਬਿਲਕੁਲ ਐਕਸ਼ਨ ਮੋਡ ਦੇ ਵਿੱਚ ਆ ਤੇ ਉੱਥੇ ਜਾ ਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਹੋਵੇਗੀ। ਹੁਣ ਮਰੀਜ਼ਾਂ ਦੀ ਲੁੱਟ ਵੀ ਬੰਦ ਹੋਵੇਗੀ। ਹਸਪਤਾਲਾਂ ਦੇ ਮਾਮਲੇ 'ਚ ਆਪ ਸਰਕਾਰ ਜੋ ਹੈ ਐਕਸ਼ਨ ਦੇ ਵਿੱਚ ਆ ਚੁੱਕੀ ਆ। ਹੁਣ ਸਰਕਾਰੀ ਹਸਪਤਾਲਾਂ ਦੀ ਤਸਵੀਰ ਜੋ ਹੈ ਉਹ ਬਦਲਣ ਜਾ ਰਹੀ ਆ। ਤਾਂ ਆਪ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਬਾਹਰ ਗੁਪਤ ਐਕਸ਼ਨ ਰਿਪੋਰਟ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਇਸ ਦੇ ਅਧੀਨ ਹੁਣ ਕਾਰਵਾਈ ਕੀਤੀ ਜਾਵੇਗੀ। ਤਾਂ ਪਤਾ ਲੱਗਾ ਆ ਕਿ ਇਸ ਤਰੀਕੇ ਜੋ ਜ਼ਿੰਮੇਵਾਰੀਆਂ ਦੀ ਸੌਂਪੀ ਗਈ ਆ ਖੁਫੀਆ ਮਹਿਕਮੇ ਨੂੰ, ਤਾਂ ਉਹਨਾਂ ਦੇ ਵੱਲੋਂ ਹੁਣ ਨਿਯਮਤ ਰੂਪ ਦੇ ਨਾਲ ਹਸਪਤਾਲਾਂ ਦੇ ਬਾਹਰ ਆ ਕੇ ਗੱਲਬਾਤ ਕੀਤੀ ਜਾ ਰਹੀ ਹੈ, ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਇਸ ਨੂੰ ਲੈ ਕੇ ਅਗਰ ਗੱਲ ਕਰ ਲਈ ਜਾਵੇ ਤਾਂ ਇਹ ਇੱਕ ਵੱਡਾ ਐਕਸ਼ਨ ਹੈ ਆਪ ਸਰਕਾਰ ਦਾ। ਜਿਸ ਤਰੀਕੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀਗੇ ਇਲੈਕਸ਼ਨਾਂ ਦੇ ਵਿੱਚ ਕਿ ਮਰੀਜ਼ਾਂ ਨੂੰ ਹੁਣ ਖਾਸ ਤੌਰ ਦੇ ਉੱਤੇ ਬਾਹਰੋਂ ਦਵਾਈਆਂ ਤੇ ਟੈਸਟ ਲਿਖਣ ਵਾਲਿਆਂ ਦੀ ਵੀ ਸ਼ਾਮਤ ਆਵੇਗੀ, ਕਿਉਂਕਿ ਇਕੱਲੀ ਮੈਡੀਕਲ ਸਟੋਰ ਹੀ ਨਹੀਂ, ਲੈਬੋਰਟਰੀ ਟੈਸਟ ਜਿਹੜੇ ਨੇ ਉਹ ਵੀ ਅਕਸਰ ਡਾਕਟਰਾਂ ਦੇ ਚਹੇਤੇ ਲੈਬੋਰਟਰੀ ਟੈਸਟ ਵਾਲੀਆਂ ਦੁਕਾਨਾਂ ਦੇ ਉੱਪਰ ਹੀ ਮਰੀਜ਼ਾਂ ਨੂੰ ਭੇਜਿਆ ਜਾਂਦਾ ਸੀਗਾ, ਜਿਸ ਦੇ ਵਿੱਚ ਕਮਿਸ਼ਨ ਖਾਂਦੇ ਰਹੇ ਆ ਡਾਕਟਰ। ਹੁਣ ਤੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਘਪਲੇਬਾਜ਼ੀ ਹੋ ਰਹੀ ਹੈ, ਭ੍ਰਿਸ਼ਟਾਚਾਰ ਹੋ ਰਿਹਾ ਸੀ। ਆਪ ਇਸ ਮਾਮਲੇ ਨੂੰ ਲੈ ਕੇ ਵੀ ਹੁਣ ਐਕਸ਼ਨ ਵਿੱਚ ਰਹੇਗੀ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹੁਣ ਐਕਸ਼ਨ ਵਿੱਚ ਆ ਗਿਆ। ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਦੇ ਟੈਸਟ ਲਿਖਣ ਵਾਲਿਆਂ ਦੇ ਵੀ ਪੂਰੇ ਤਰੀਕੇ ਹੁਣ ਸ਼ਾਮਤ ਆਵੇਗੀ, ਕਿਉਂਕਿ ਗੁਪਤ ਐਕਸ਼ਨ ਰਿਪੋਰਟ ਜਿਹੜੀ ਹੈ ਉਹ ਆਪ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ 'ਚ ਖੁਫੀਆ ਵਿਭਾਗ ਦੇ ਸਰਕਾਰੀ ਹਸਪਤਾਲਾਂ ਦੇ ਬਾਹਰ ਜਾ ਕੇ ਮਰੀਜ਼ਾਂ ਦੇ ਵਾਰਸਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪਤਾ ਇਹ ਵੀ ਲੱਗਾ ਆ ਕਿ ਜੋ ਆ ਪਟਿਆਲੇ ਦੇ ਟੀਬੀ ਹਸਪਤਾਲ, ਰਜਿੰਦਰਾ ਹਸਪਤਾਲ ਤੇ ਇਸੇ ਤਰ੍ਹਾਂ ਮਾਤਾ ਕੁਸ਼ਲਿਆ ਹਸਪਤਾਲ, ਇਹ ਤਿੰਨੇ ਹਸਪਤਾਲਾਂ ਦੀ ਤਾਂ ਇੱਕ ਉਹ ਕਹਿੰਦੇ ਹੁੰਦੇ ਆ ਕਿ ਉਦਾਹਰਨ ਹੈ, ਮਿਸਾਲ ਹੈ। ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਵੀ ਆਪ ਦੇ ਵੱਲੋਂ ਗੁਪਤ ਤਰੀਕੇ ਜਿਹੜੀਆਂ ਨੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ। ਹਾਲਾਂਕਿ ਜਿਸ ਤਰ੍ਹਾਂ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਨੇ ਤਿਵੇਂ ਹੀ ਉਹਨਾਂ ਦੇ ਨਾਲ ਦੀ ਵਜ਼ਾਰਤ ਦੇ ਮੰਤਰੀਆਂ ਨੂੰ ਸਹੁੰ ਚੁਕਾਈ ਜਾਂਦੀ, ਉਹਨਾਂ ਦੀ ਕੈਬਨਿਟ ਨੂੰ ਸਹੁੰ ਚੁਕਾਈ ਜਾਂਦੀ ਆ। ਤਾਂ ਜਿਸ ਤਰੀਕੇ ਵਿਧਾਇਕ ਚੁਣੇ ਗਏ ਸੀ, ਚੁਣਦਿਆਂ ਸਾਰੀ ਉਹਨਾਂ ਦੇ ਵੱਲੋਂ ਐਕਸ਼ਨ ਵਿੱਚ ਆਉਂਦਿਆਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀ। ਜਗ੍ਹਾ ਜਗ੍ਹਾ ਜਾ ਕੇ ਜਾਂਚ ਕੀਤੀ ਜਾ ਰਹੀ ਸੀ, ਛਾਪੇਮਾਰੀ ਕੀਤੀ ਜਾ ਰਹੀ ਸੀ। ਪਰ ਹੁਣ ਹਸਪਤਾਲਾਂ ਦੇ ਮਾਮਲੇ ਵਿੱਚ ਐਕਸ਼ਨ ਦੇ ਵਿੱਚ ਆ ਚੁੱਕੀ ਆ ਸਰਕਾਰ। ਤਾਂ ਜਿਹੜੀ ਇਹਨਾਂ ਹਸਪਤਾਲਾਂ ਦੇ ਅੱਗੇ
ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਤੇ ਹਸਪਤਾਲਾਂ ਦੇ ਅੱਗੇ ਜਿਹੜੇ ਚਾਹ ਜੂਸ ਰੋਟੀ ਜਾਂ ਹੋਰ ਕਿਸਮ ਦੀਆਂ ਜਿਹੜੀਆਂ ਰੇਹੜੀਆਂ ਲਾਉਣ ਵਾਲੇ ਆ ਉਹਨਾਂ ਕੋਲੇ ਖੜੋ ਕੇ ਗੱਲਬਾਤ ਕੀਤੀ ਗਈ ਆ। ਤੇ ਗੱਲਬਾਤ ਕਰਨ ਵਾਲੇ ਨਾ ਕੋਈ ਪੁਲਿਸ ਵਾਲੇ ਆ, ਨਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਗੂ ਆ ਜਾਂ ਆਮ ਲੋਕ ਨਹੀਂ ਆ, ਬਲਕਿ ਦੱਸਿਆ ਜਾ ਰਿਹਾ ਹੈ ਕਿ ਖੂਫੀਆ ਵਿਭਾਗ ਦੇ ਅਧਿਕਾਰੀ ਦੱਸੇ ਜਾ ਰਹੇ ਨੇ ਤਾਂ ਜਿਨ੍ਹਾਂ ਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਰਿਪੋਰਟ ਬਣਾਉਣ ਦੀ ਜ਼ਿੰਮੇਵਾਰੀ ਲਾਈ ਹੈ। ਵਾਰਸਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਆ, ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜ਼ਿੰਮੇਵਾਰੀ ਲਾਈ ਆ ਕਿ ਆਖਰ ਸਥਿਤੀ ਕੀ ਹੈ ਬਣੀ ਹੋਈ ਹੈ। ਤਾਂ ਆਪ ਦੀ ਸਰਕਾਰ ਆਉਣ ਦੇ ਉੱਤੇ ਹਸਪਤਾਲਾਂ ਵਿੱਚ ਸੁਧਾਰ ਜਿਹੜਾ ਆ ਉਹ ਕਿਸ ਤਰੀਕੇ ਦਾ ਹੋਣਾ ਸ਼ੁਰੂ ਹੋਇਆ ਇਹ ਵੀ ਪਤਾ ਲੱਗ ਜਾਵੇਗਾ ਕਿ ਜਿਸ ਤਰੀਕੇ ਦਾ ਦਾਅਵਾ ਕੀਤਾ ਗਿਆ ਸੀਗਾ ਤੇ ਉਸ ਦੇ ਵਿੱਚ ਹੁਣ ਕੀ ਉਸੇ ਤਰੀਕੇ ਕੰਮ ਹੋ ਰਿਹਾ ਜਾਂ ਨਹੀਂ। ਹਸਪਤਾਲਾਂ ਦੇ ਅੰਦਰੋਂ ਕਿੰਨੀਆਂ ਦਵਾਈਆਂ ਲਿਖੀਆਂ ਜਾ ਰਹੀਆਂ ਨੇ, ਵੱਡੀ ਗੱਲ ਹੈ। ਹਸਪਤਾਲਾਂ ਦੇ ਅੰਦਰੋਂ ਕਿੰਨੀਆਂ ਦਵਾਈਆਂ ਲਿਖੀਆਂ ਜਾ ਰਹੀਆਂ ਨੇ, ਹਸਪਤਾਲਾਂ ਵਿੱਚੋਂ ਕਿੰਨੇ ਟੈਸਟ ਐਕਸਰੇ ਅਲਟਰਾਸਾਊਂਡ ਜਾਂ ਹੋਰ ਸਹੂਲਤਾਂ ਮਿਲ ਰਹੀਆਂ ਨੇ, ਇਹ ਸਾਰੀ ਜਾਣਕਾਰੀ ਇਹਨਾਂ ਅਧਿਕਾਰੀਆਂ ਨੇ ਪੁੱਛਤਾਛ ਦੇ ਵਿੱਚ ਜੋ ਆ ਸਾਹਮਣੇ ਲਿਆਉਣਗੇ। ਪਤਾ ਇਹ ਵੀ ਲੱਗਿਆ ਆ ਕਿ ਅਧਿਕਾਰੀ ਹਸਪਤਾਲਾਂ ਦੇ ਗੇਟ ਤੇ ਵੀ ਕਾਫੀ ਦੇਰ ਖੜੇ ਰਹੇ ਨੇ, ਕਈ ਮਰੀਜ਼ਾਂ ਦੇ ਕੋਲੇ ਜਾ ਕੇ ਗੱਲਬਾਤ ਕਰਕੇ ਆਏ ਨੇ। ਇਹਨਾਂ ਨੇ ਕਿਸੇ ਵੀ ਡਾਕਟਰ ਜਾਂ ਹਸਪਤਾਲ ਦੇ ਮੁਖੀ ਨਾਲ ਕੋਈ ਰਾਬਤਾ ਨਹੀਂ ਬਣਾਇਆ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਮੁੱਖ ਏਜੰਡਾ ਬਣਾਇਆ ਹੋਇਆ। ਪੰਜਾਬ ਦੇ ਵਿੱਚ ਲੋੜਾਂ ਨੇ 70 ਸਾਲਾਂ ਵਿੱਚ ਜਿਹੜੇ ਕੰਮ ਨਹੀਂ ਹੋ ਸਕੇ ਉਹਨਾਂ ਬਾਰੇ ਕਿਹਾ ਸੀ। ਸੀਐਮ ਭਗਵੰਤ ਮਾਨ ਨੇ ਸਹੁੰ ਚੁੱਕਦਿਆਂ ਹੀ ਕਿ ਅਸੀਂ ਪਹਿਲਾਂ ਹੀ 70 ਸਾਲ ਲੇਟ ਆ, ਇੰਨੇ ਸਾਲ ਜਿਹੜੇ ਆ ਕੰਮ ਨਹੀਂ ਹੋਏ ਉਹ ਹੁਣ ਆਪ ਦੀ ਸਰਕਾਰ ਬਣਨ ਦੇ ਉੱਤੇ ਹੋਣਗੇ। ਤਾਂ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਇਸ ਨੂੰ ਏਜੰਡਾ ਬਣਾਇਆ ਸੀਗਾ ਸਿਹਤ ਤੇ ਸਿੱਖਿਆ ਨੂੰ, ਇਸ ਕਾਰਨ ਕਈ ਵਿਧਾਇਕਾਂ ਤੇ ਆਗੂਆਂ ਨੇ ਹਸਪਤਾਲਾਂ ਵਿੱਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਸੀਂ ਦਿਖਾਉਂਦੇ ਰਹੇ ਹਾਂ ਔਨ 에ਅਰ ਦੇ ਜ਼ਰੀਏ ਵੀ ਲਗਾਤਾਰ ਤੁਹਾਨੂੰ। ਤਾਂ ਇਹ ਛਾਪੇ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਹੁਣ ਸਰਕਾਰਾਂ ਨੇ ਖੂਫੀਆ ਤੰਤਰ ਤੋਂ ਗੁਪਤ ਐਕਸ਼ਨ ਰਿਪੋਰਟਾਂ ਮਿਲਣੀਆਂ ਤੇ ਬਿਹਤਰ ਇਸ ਮਾਮਲੇ ਵਿੱਚ ਆ ਕਿ ਉਹ ਸਮਝਦੇ ਨੇ ਕਿ ਜਿਸ ਤਰੀਕੇ ਲੋਕ ਚਰਚਾ ਕਰ ਰਹੇ ਆ ਕਿ ਆਪ ਵਿਧਾਇਕ ਜਾ ਕੇ ਛਾਪੇਮਾਰੀ ਕਰ ਰਹੇ ਨੇ, ਤਾਂ ਫਿਰ ਸਰਕਾਰ ਦਾ ਇਹ ਪਲਾਨ ਜ਼ਿਆਦਾ ਬਿਹਤਰ ਆ ਕਿ ਇਸ ਤਰੀਕੇ ਗੁਪਤ ਐਕਸ਼ਨ ਕਰਕੇ ਹੀ ਜੋ ਆ ਸਰਵੇਖਣ ਕਰਵਾਇਆ ਜਾ ਸਕੇ। ਖਾਸ ਤੌਰ ਦੇ ਉੱਤੇ ਦਵਾਈਆਂ ਲਿਖਣ ਵਾਲੇ ਡਾਕਟਰ ਜਿਹੜੇ ਆ ਉਹਨਾਂ ਦਾ ਹੁਣ ਰੋਜ਼ੀ ਰੋਟੀ ਬੰਦ ਹੋਣ ਵਾਲੀ ਆ। ਕਮਿਸ਼ਨ ਖਾਣ ਵਾਲਿਆਂ ਦੀ ਰੋਜ਼ੀ ਰੋਟੀ ਬੰਦ ਹੋਊਗੀ ਇਸ ਮਾਮਲੇ ਦੇ ਵਿੱਚ। ਤਾਂ ਪਟਿਆਲਾ ਦੇ ਹਸਪਤਾਲਾਂ ਦੀ ਗੱਲ ਕਰ ਲਈ ਜਾਵੇ, ਦੇਸ਼ ਦੇ ਬਾਕੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਸਾਰਿਆਂ ਦੇ ਵਿੱਚ ਜੋ ਸਥਿਤੀ ਆ ਉਹ ਵਾਕਿਆ ਹੀ ਮਰੀਜ਼ਾਂ ਦੇ ਮਾਮਲੇ ਦੇ ਵਿੱਚ ਔਰ ਉਹਨਾਂ ਦੇ ਪਰਿਵਾਰਾਂ ਦੇ ਮਾਮਲੇ ਦੇ ਵਿੱਚ ਇਹ ਹੁੰਦਾ ਆ ਕਿ ਉਹਨਾਂ ਦੀ ਵੱਡੀ ਲੁੱਟ ਹੋ ਰਹੀ ਹੁੰਦੀ ਆ। ਤੁਸੀਂ ਅਗਰ ਸਾਰੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਹਸਪਤਾਲਾਂ ਦੇ ਨਾਲ ਵਾਹ ਪੈਂਦਾ ਆ ਔਰ ਫਿਰ ਆਰਥਿਕ ਲੁੱਟ ਸ਼ੁਰੂ ਹੁੰਦੀ ਆ। ਇੱਕ ਪਾਸੇ ਘਰ ਵਾਲੇ ਜਾਂ ਮਰੀਜ਼ ਇਸ ਸਕਤੇ ਵਿੱਚ ਹੁੰਦੇ ਨੇ ਕਿ ਉਹਨਾਂ ਨਾਲ ਇਹ ਕੀ ਬਣਿਆ, ਤਾਂ ਦੂਸਰੇ ਪਾਸੇ ਡਾਕਟਰਾਂ ਵੱਲੋਂ ਪਰਚੀ ਲਿਖੀ ਜਾਂਦੀ ਹੈ, ਅਲਟਰਾਸਾਊਂਡ ਦੀ ਪਰਚੀ ਲਿਖੀ ਜਾਂਦੀ ਆ, ਦਵਾਈਆਂ ਦੀਆਂ ਪਰਚੀਆਂ ਲਿਖੀਆਂ ਜਾਂਦੀਆਂ ਨੇ। ਜਦੋਂ ਕਿ ਹਾਲਾਤ ਇਹ ਹੁੰਦੇ ਨੇ ਕਿ ਹੋਣਾ ਇਹ ਚਾਹੀਦਾ ਆ ਕਿ ਹਸਪਤਾਲਾਂ ਦੇ ਅੰਦਰ ਹੀ ਮੁਅੱਸਰ ਹੋਵੇ ਉਹ ਸਾਰਾ ਸਮਾਨ ਜੋ ਦਵਾਈਆਂ ਦੇ ਰੂਪ ਵਿੱਚ ਮਿਲਣਾ ਚਾਹੀਦਾ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਦੇ ਉੱਤੇ ਆਸ ਰੱਖ ਕੇ ਜਾਂਦੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਵਿੱਚ 70 ਸਾਲਾਂ ਦੇ ਬਾਅਦ ਵੀ ਹਸਪਤਾਲਾਂ ਦੀ ਸਥਿਤੀ ਜੋ ਆ ਉਹ ਨਹੀਂ ਸੁਧਰੀ, ਸਗੋਂ ਮਰੀਜ਼ਾਂ ਦੀ ਲੁੱਟ ਖਸੁੱਟ ਹੋ ਰਹੀ ਆ। ਤਾਂ ਹੁਣ ਜਿਸ ਤਰੀਕੇ ਨਾਲ ਆਪ ਹਰਕਤ ਵਿੱਚ ਆਈ ਆ, ਐਕਸ਼ਨ ਲਿਆ ਆ, ਤਾਂ ਇਸ ਤੋਂ ਉਮੀਦਾਂ ਕੀਤੀਆਂ ਜਾ ਸਕਦੀਆਂ ਨੇ ਕਿ ਹਸਪਤਾਲਾਂ ਦੀ ਜੋ ਆ ਹੁਣ ਤਸਵੀਰ ਬਦਲੇਗੀ ਔਰ ਲੁੱਟ ਖਸੁੱਟ ਕਰਨ ਵਾਲੇ ਡਾਕਟਰਾਂ ਦੀ ਵੀ ਹੁਣ ਸ਼ਾਮਤ ਆਵੇਗੀ, ਬੰਦ ਹੋ ਜਾਵੇਗਾ। ਔਰ ਸਹੀ ਅਰਥਾਂ ਦੇ ਵਿੱਚ ਜਿਸ ਤਰੀਕੇ ਨਾਲ ਆਪ ਦੇ ਵੰਨਿਓ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਗਏ ਨੇ ਉਹਨਾਂ ਵਾਅਦਿਆਂ ਦੇ ਉੱਤੇ ਪੂਰਾ ਉਤਰਨ ਵਾਲੇ ਪਾਸੇ ਤੁਰ ਪਈ ਹੈ ਆਪ ਸਰਕਾਰ।